ਤੁਹਾਡਾ ਸਵਾਗਤ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਖਾਸ ਕਰਕੇ ਜਿਹੜਾ ਇਹ ਬਲਾਕ ਹਰਿਆਣੇ ਦੇ ਨਾਲ ਲੱਗਦਾ ਇਹਦੇ ਆਉਣ ਲਈ ਨਾ ਇਹ ਜੇ ਸਕੂਲ ਤੁਸੀਂ ਚੁਣਨਾ ਤੁਹਾਡਾ ਇਹ ਸਕੂਲ ਚੁਣੇ ਨੇ ਕਾਫੀ ਚਾਹੇ ਪਟਿਆਲਾ ਪੜ੍ਹਾਈ ਦੇ ਵਿੱਚ ਪੱਖੋਂ ਕਾਫੀ ਐਡਵਾਂਸ ਆ ਹੋਰ ਜ਼ਿਲ੍ਹਿਆਂ ਨਾਲੋਂ ਕਿਉਂਕਿ ਪਟਿਆਲੇ ਦੇ ਵਿੱਚ ਹਰ ਕਿਸਮ ਦੀ ਪੜ੍ਹਾਈ ਆ। ਜਦੋਂ ਜਿਹੜੇ ਸਾਲਾਂ 'ਚ ਅਸੀਂ ਪੜ੍ਹਦੇ ਹੁੰਦੇ ਸੀਗੇ ਉਦੋਂ ਪਟਿਆਲਾ ਹੀ ਪੰਜਾਬ ਦਾ ਇੱਕ ਅਜਿਹਾ ਸ਼ਹਿਰ ਸੀਗਾ ਜਿੱਥੇ ਮੈਡੀਕਲ, ਇੰਜੀਨੀਅਰਿੰਗ ਅਤੇ ਆਰਟਸ ਤਿੰਨੋਂ ਜਿਹੜੀਆਂ ਕਮਰਸ ਚਾਰੋਂ ਜਿਹੜੀਆਂ ਮਤਲਬ ਸਾਡੇ ਸਟਰੀਮ ਨੇ ਇਹ ਚੱਲਦੇ ਹੁੰਦੇ ਨੇ। ਇੱਥੋਂ ਤੱਕ ਐਜੂਕੇਸ਼ਨ ਵੀ ਕਿਉਂਕਿ ITI ਵੀ ਇੱਥੇ ਬਹੁਤ ਮਸ਼ਹੂਰ ਸੀ। ਇੰਜੀਨੀਅਰਿੰਗ ਕਾਲਜ ਥਾਪਰ ਸੀਗਾ, ਮੈਡੀਕਲ ਕਾਲਜ ਰਜਿੰਦਰਾ ਕਾਲਜ ਸੀਗਾ ਮੈਡੀਕਲ ਵਾਸਤੇ, ਕਮਰਸ ਵਾਸਤੇ ਵਿਕਰਮ ਕਾਲਜ, ਆਰਟਸ ਵਾਸਤੇ ਮਹਿੰਦਰਾ, ਠੀਕ ਹੈ, ਵੂਮੈਨ ਕਾਲਜ ਲੜਕੀਆਂ ਵਾਸਤੇ ਸਪੈਸ਼ਲ। ਅਤੇ ਇਹ ਮਤਲਬ ਹਰ ਪੱਖੋਂ ਇਸ ਪੱਖ ਮੰਨਿਆ ਹੋਇਆ ਸੀਗਾ ਸ਼ਹਿਰ ਸਾਡਾ। ਫਿਰ ਵੀ ਹਰਿਆਣੇ ਦੇ ਨਾਲ ਲੱਗਦਾ ਜਿਹੜਾ ਏਰੀਆ ਉਹ ਕਾਫੀ ਪਛੜਿਆ ਹੋਇਆ, ਜਿਹਦੀ ਤੁਸੀਂ ਸਕੂਲਾਂ 'ਚ ਜਾਓਗੇ ਦੇਖਿਆ ਹੋਊਗਾ। ਅਤੇ ਇਹ ਜ਼ਰੂਰਤ ਸੀ ਤੁਹਾਡੀ, ਜਿਵੇਂ ਮੈਡਮ ਨੇ ਕਿਹਾ ਕਈ ਵਾਰ ਨਾ ਕੋਈ ਕੰਮ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਇਹ ਹੱਥਾਂ ਨਾਲ ਹੋਣੇ ਹੁੰਦੇ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਕੰਮ ਹੋਣਾ ਉਹ ਕੁਦਰਤ ਨੇ ਤੁਹਾਡੇ ਹੱਥਾਂ ਦੇ ਰਾਹੀਂ ਨਿਰਧਾਰਿਤ ਕੀਤੇ ਨੇ। ਸਰਕਾਰ ਨੇ 3 ਸਾਲ ਤੁਹਾਡਾ ਬਾਉਂਡ ਕਰਤਾ, ਪਰ ਇਹ ਜਿਹੜੇ ਬਾਉਂਡੇਸ਼ਨ ਆ ਮੈਂ ਇਹ ਸਮਝਦਾ ਵੀ ਜੇ ਆਪਣੇ ਮਨਾਂ ਦੇ ਵਿੱਚ ਨਾ ਰੱਖਿਓ, ਜਿੱਥੇ ਤੁਸੀਂ ਤੁਹਾਨੂੰ ਜਿਹੜਾ ਵੀ ਸਕੂਲ ਮਿਲਿਆ, ਕਾਲਜ ਜਿਹੜੀ ਥਾਂ ਮਿਲੀ ਆ, ਹੋ ਸਕਦਾ ਤੁਹਾਡੇ ਘਰ ਦੀਆਂ ਪਰਿਸਥਿਤੀਆਂ ਦੇ ਮੁਤਾਬਕ ਉਹ ਤੁਹਾਨੂੰ ਆਸਾਨ ਨਾ ਲੱਗੇ। ਕਿਉਂਕਿ ਅਸੀਂ ਜਿਹੜੀ ਜਦੋਂ ਅਸੀਂ ਦੇਖਦੇ ਹਾਂ ਨਾ ਕੋਈ ਆਸਾਨ ਤੇ ਔਖਾਈ, ਉਹ ਅਸੀਂ ਆਪਣੀ ਰਿਹਾਇਸ਼ ਦੇ ਮੁਤਾਬਕ ਦੇਖਦੇ, ਘਰ ਦੇ ਮੁਤਾਬਕ ਦੇਖਦੇ। ਸਾਨੂੰ ਘਰ ਦੇ ਵਿੱਚ ਕਿੰਨੀ ਜੇ ਕਿਸੇ ਨੇ ਘਰ ਦੇ ਵਿੱਚ ਔਖ ਕੱਟੀ ਹੋਊਗੀ, ਠੀਕ ਆ, ਤੇ ਉਹਨੂੰ ਹੋ ਸਕਦਾ ਵੀ ਜਿੱਥੇ ਤੁਸੀਂ ਗਏ ਹੋਵੋਗੇ ਉਹ ਔਖ ਨਾ ਲੱਗੇ, ਉਹਨੂੰ ਆਨੰਦ ਆਉਂਦਾ ਹੋਊਗਾ। ਜਿਹਨੇ ਘਰ ਦੇ ਵਿੱਚ ਸੌਖ ਦੇਖੀ ਹੋਊਗੀ ਉਹਨੂੰ ਲੱਗਦਾ ਹੋਊਗਾ ਕਿੱਥੇ ਆ ਕੇ ਫਸ ਗਏ। ਇਹ ਮਨੋਸਥਿਤੀ ਆ ਆਪਣੀ, ਬਸ ਫਸਿਆ ਹੋਇਆ ਸਮਝਣਾ ਜਾਂ ਆਨੰਦ ਲੈਣਾ। ਕਿਸੇ ਨੇ ਨਾ ਤਾਂ ਆਨੰਦ ਦੇਖਿਆ, ਕਿਸੇ ਨੇ ਨਾ ਕਿਸੇ ਨੇ ਮਤਲਬ ਦੁੱਖ ਦੇਖਿਆ, ਉਹਨੂੰ ਮਹਿਸੂਸ ਹੀ ਕੀਤਾ ਜਾਂਦਾ। ਜਿਸ ਪੋਜੀਸ਼ਨ ਤੁਸੀਂ ਮਹਿਸੂਸ ਕਰ ਲਓਗੇ ਉਸ ਪੋਜੀਸ਼ਨ ਦੇ ਵਿੱਚ ਤੁਸੀਂ ਲਾਈਫ ਵਿੱਚ ਜਿਉਣੀ ਸ਼ੁਰੂ ਕਰ ਲਓਗੇ। ਆਨੰਦਮਈ ਲਾਈਫ, ਬੱਚੇ ਨੂੰ ਪੜ੍ਹਾਉਣਾ, ਜਿੰਨਾ ਜੇ ਤੁਸੀਂ ਬੱਚੇ ਨੂੰ ਪੜ੍ਹਾਉਂਦੇ ਰਹੋਗੇ, ਠੀਕ ਹੈ, ਬੱਚੇ ਤੁਹਾਡੇ ਕੋਲ ਆ ਰਹੇ ਹੋ, ਪੜ੍ਹਾ ਰਹੇ ਹੋ, ਤੁਹਾਨੂੰ ਇਹ ਨਹੀਂ ਪਤਾ ਲੱਗਣਾ ਗਰਮੀ ਹੈ ਕਿ ਨਹੀਂ ਹੈ, ਠੰਡ ਹੈ ਕਿ ਨਹੀਂ ਹੈ, ਪੱਖਾ ਚੱਲਦਾ ਕਿ ਨਹੀਂ ਚੱਲਦਾ। ਜੇ ਤੁਸੀਂ ਪੜ੍ਹਾਉਣਾ ਨਹੀਂ ਹੈਗਾ, ਠੀਕ ਹੈ, ਫਿਰ ਤੁਹਾਨੂੰ ਗਰਮੀ ਵੀ ਮਹਿਸੂਸ ਹੋਊਗੀ, ਠੰਡ ਵੀ ਲੱਗੂਗੀ, ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਲਾਈਟ ਗਈ। ਕੰਮ ਕਰਦੇ ਨੂੰ ਕੋਈ ਨਹੀਂ ਪਤਾ ਲੱਗਦਾ। ਅਸੀਂ ਲੋਕ ਖੇਤਾਂ 'ਚ ਕੰਮ ਕਰਦੇ, ਉੱਥੇ ਕਿਹੜੇ ਪੱਖੇ ਨੇ, ਕਿਹੜੇ ਕੰਮ ਕਰੀਏ, ਧੁੱਪ 'ਚ ਵੀ ਗਰਮੀ 'ਚ ਵੀ ਕਰਦੇ, ਹਵਾ ਚੱਲਦੇ ਹੋ ਠੀਕ ਹੈ, ਨਹੀਂ ਜਦੋਂ ਸਾਹਿਬ ਠੀਕ ਹੈ। ਖੇਤ 'ਚ ਕੰਮ ਕਰਨ ਤੋਂ ਬਾਅਦ ਜਦੋਂ ਅਸੀਂ ਦਰਖਤ ਦੇ ਹੇਠਾਂ ਉਦੋਂ ਬੈਠਦੇ ਹਾਂ, ਉਦੋਂ ਪਤਾ ਲੱਗਦਾ ਵੀ ਹਵਾ ਚੱਲ ਰਹੀ ਹੈ। ਕੰਮ ਕਰਨ ਤੋਂ ਬਾਅਦ ਅਸੀਂ ਦਰਖਤ ਦੇ ਹੇਠਾਂ ਸੁੱਖ ਵਾਲੀ ਥਾਂ 'ਤੇ ਆ ਕੇ ਬੈਠ ਗਏ, ਉਦੋਂ ਪਤਾ ਲੱਗਣ ਲੱਗਿਆ ਵੀ ਵਾਕਈ ਕੁਛ ਨਾ ਕੁਛ ਹੋ ਰਿਹਾ। ਜੇ ਇਸੇ ਤਰ੍ਹਾਂ ਹੀ ਜੇ ਤੁਸੀਂ ਕੰਮ ਕਰਦੇ ਕਰਦੇ ਆਪਣਾ ਨੂੰ ਇਹ ਕਹੋ ਕਿ ਮੈਂ ਸੁਖੀ ਹੋਵਾਂ, ਸੁਖੀ ਬੰਦਾ ਮੇਰੇ ਮੁਤਾਬਕ ਉਹ ਜਿਹੜਾ ਕੰਮ ਕਰਦਾ, ਦੁਖੀ ਬੰਦਾ ਉਹ ਜਿਹੜਾ ਕੰਮ ਨਹੀਂ ਕਰਦਾ। ਤੁਸੀਂ ਡਿਪਾਰਟਮੈਂਟ 'ਚ ਆਏ ਹੋ, ਬੜੀ ਮਿਹਨਤ ਕਰਕੇ ਆਏ ਹੋ, ਤੁਸੀਂ ਪਹਿਲਾਂ 2 ਟੈਸਟ ਵੀ ਪਾਸ ਕੀਤੇ ਹੋਏ ਨੇ, ਠੀਕ ਆ, ਇੱਕ ਤਰ੍ਹਾਂ ਦੀ ਤੁਸੀਂ ਕਰੀਮ ਹੋ ਪੰਜਾਬ ਦੀ, ਅਤੇ ਤੁਹਾਨੂੰ ਤਾਂ ਨੌਕਰੀ ਮਿਲ ਗਈ। ਤੁਹਾਡੇ ਨਾਲ ਦੇ ਹੋਰ ਬਥੇਰੇ ਜਿਹਨਾਂ ਟੈਟ ਨਹੀਂ ਪਾਸ ਹੋ ਸਕਿਆ, PTT 'ਚ ਤੋਂ ਨੰਬਰ ਤੁਹਾਡੇ ਤੋਂ ਘੱਟ ਹੋਣਗੇ, BA ਕੋਈ ਤੁਹਾਡੇ ਤੋਂ BA ਕੋਈ ਕਰ ਵੀ ਰਿਹਾ, ਕਿਸੇ ਨੇ ਕਰ ਵੀ ਲਈ ਹੋਣੀ ਹੈ, ਕੋਈ PhD ਤੱਕ ਵੀ ਪਹੁੰਚੇ ਹੋ ਸਕਦਾ, ਪਹੁੰਚਣ ਵਾਲਾ ਹੋਵੇ, ਜਾਂ ਉਹਨੇ ਐਡਮਿਸ਼ਨ ਲਈ ਹੋਵੇ। ਇਹ ਇਸ ਕਰਕੇ ਮੈਂ ਕਹਿਣਾ ਵੀ ਤੁਸੀਂ ਇਹ ਸਾਡੇ ਜਿਹੜੇ ਪੰਜਾਬ ਦੀ ਤੁਸੀਂ ਕਰੀਮ ਹੋ, ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਕਰੀਮ ਆ ਸਾਡੇ ਕੋਲ ਉਹ ਆਈ ਆ, ਜਿਹੜੀ ਸਕੂਲਾਂ ਦੇ ਪਿੰਡਾਂ ਦੇ ਵਿੱਚ ਅਨਟੱਚ ਹੈਗੀ ਹੈ। ਅਨਟੱਚ ਦੁੱਧ ਆ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਨੇ, ਠੀਕ ਹੈ, ਅਨਟੱਚ ਦੁੱਧ ਸਮਝਦੇ ਕਿਵੇਂ ਹੋਊਗਾ? ਦੁੱਧ ਨੂੰ ਜਦੋਂ ਛੇੜਾਂਗੇ ਉਦੋਂ ਉਹਦੇ ਤੇ ਮਲਾਈ ਆਉਣੀ ਆ, ਜੇ ਉਹ ਪਿਆ ਤਾਂ ਫਟ ਜਾਣਾ ਉਹਨੇ।
ਛੇੜਨ ਦੇ ਦੋ ਤਰੀਕੇ ਨੇ। ਉਹਨੂੰ ਗਰਮ ਕਰ ਲਓ, ਪਿਆ ਉੱਪਰ ਤਾਂ ਮਲਾਈ ਆ ਜਾਊਗੀ। ਜੇ ਰਿੜਕਾਂਗੇ, ਠੀਕ ਆ, ਰਿੜਕ ਕੇ ਉਹਦੇ 'ਚ ਜੋ ਕੁਛ ਹੈਗਾ ਉਹਦੇ 'ਚ ਉਹ ਕੱਢਣਾ। ਹੁਣ ਤੁਸੀਂ ਜਵਾਕ ਨੂੰ ਰਿੜਕਣਾ ਇੱਥੇ ਆ, ਬਹੁਤ ਮਲਾਈ ਹੈ ਬੱਚਿਆਂ 'ਚ, ਬਹੁਤ ਟੈਲੈਂਟ ਹੈ ਬੱਚਿਆਂ 'ਚ, ਉਹਨਾਂ ਨੂੰ ਤੁਸੀਂ ਕੱਢਣਾ ਬਾਹਰ। ਉਹਨੂੰ ਮਿਲਣ ਦਾ ਮੇਰਾ ਮਤਲਬ ਇਹੀ ਹੈ। ਜਦੋਂ ਤੁਸੀਂ ਹੋ ਸਕਦਾ ਤੁਹਾਡੇ ਤੋਂ ਜਦੋਂ ਅਸੀਂ ਸਾਈਨ ਕਰਦੇ ਸੀ ਉਦੋਂ ਤੁਹਾਡੇ ਅਪਾਇੰਟਮੈਂਟ ਲੈਟਰ ਕੋਈ ਮਿਲੇ ਵੀ ਹੋਣ, ਕੋਈ ਮਿਲੇ ਹੋਣਗੇ, ਕੋਈ ਕਈਆਂ ਨੇ ਦੇਖਿਆ ਵੀ ਉਹ ਇਕੱਲਾ, ਠੀਕ ਆ। ਉਦੋਂ ਇੰਨੀ ਗੱਲ ਨਹੀਂ ਸੀ ਹੈਗੀ। ਤਾਂ ਮੇਰੀ ਹੁਣ ਇਹ ਸਲਾਹ ਬਣੀ ਆਪਣਾ ਵੀ ਤੁਹਾਡੇ ਨਾਲ ਰੂਬਰੂ ਹੋਇਆ ਜਾਵੇ, ਜੋ ਸਾਡੇ ਜ਼ਿਲ੍ਹੇ ਦੀਆਂ ਪ੍ਰੋਬਲਮਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ, ਠੀਕ ਆ, ਤਾਂ ਜੋ ਆਪਾਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਕੇ ਆਪਣੇ ਬੱਚਿਆਂ ਦਾ ਅਸੀਂ ਭਲਾ ਕਰ ਸਕੀਏ। ਪੜ੍ਹਾਉਣ ਦੇ ਨਾਲ ਅੱਜ ਕੱਲ੍ਹ ਦਾ ਜਿਹੜਾ ਸਮਾਂ ਉਹ ਤਕਨੀਕ ਦਾ ਸਮਾਂ, ਟੈਕਨੀਕਲ ਸਾਨੂੰ ਹੋਣਾ ਪਊਗਾ। ਨੋ ਡਾਊਟ ਤੁਸੀਂ ਹੈਗੇ ਹੋ ਟੈਕਨੀਕਲ ਦਾ ਮਤਲਬ ਤੁਹਾਡੇ ਕੋਲ ਤੁਹਾਨੂੰ IT ਦੀ ਪੂਰੀ ਜਾਣਕਾਰੀ ਹੈ। ਜਿਹੜਾ ਵੀ ਤੁਹਾਡਾ ਅਪਾਰਟਮੈਂਟ ਵਗੈਰਾ ਦਾ ਜੋ ਪ੍ਰੋਸੈਸ ਚੱਲਿਆ ਉਹ ਇਹਦੇ ਰਾਹੀਂ ਚੱਲਿਆ, ਠੀਕ ਹੈ। ਤੁਹਾਡੇ ਕੋਲ ਸਾਡੇ ਨਾਲ ਪਹਿਲਾਂ ਤੁਹਾਡੇ ਅਪਾਇੰਟਮੈਂਟ ਲੈਟਰ ਤੁਹਾਡੇ ਇਹਦੇ ਤੇ ਆ ਚੁੱਕੀ ਸੀਗੀ। ਸਾਨੂੰ ਬੜੇ ਫੋਨ ਆਉਣੇ ਸ਼ੁਰੂ ਹੋ ਗਏ ਸੀਗੇ ਵੀ ਮੇਰਾ ਅਪਾਇੰਟਮੈਂਟ ਸਾਰਾ ਆ ਗਿਆ, ਅਸੀਂ ਆ ਜਾਈਏ। IT ਨਾਲ ਹੀ ਡਿਪਾਰਟਮੈਂਟ ਕਰਦਾ, ਇਨਫੋਰਮੇਸ਼ਨ ਟੈਕਨੋਲੋਜੀ। ਜੇ ਕਿਸੇ ਨੂੰ ਨਹੀਂ ਆਉਂਦੀ ਤਾਂ ਉਹਨੂੰ ਸਿੱਖਣੀ ਪੈਣੀ ਹੈ। ਜੇ ਅਸੀਂ ਨਹੀਂ ਸਿੱਖਾਂਗੇ ਫਿਰ ਅਸੀਂ ਜਿਹੜੀ ਮੈਂ ਤੁਹਾਨੂੰ ਹੁਣ ਗੱਲ ਕਰਕੇ ਹਟਿਆ ਕਿ ਅਸੀਂ ਬੱਚਿਆਂ ਨੂੰ ਜੇ ਤੁਸੀਂ ਰਿੜਕਣਾ ਵੀ ਚਾਹੋ ਫਿਰ ਰਿੜਕ ਨਹੀਂ ਸਕਦੇ। IT ਟੈਕਨੋਲੋਜੀ ਨਾਲ ਕੀ ਹੋਇਆ, IT ਦੇ ਨਾਲ ਕੀ ਆਇਆ, ਕੁਝ ਸੌਖ ਵੀ ਹੋਈ ਹੈ ਤੇ ਕੁਝ ਔਖਾਈ ਵੀ ਹੋਈ ਹੈ। ਅਖਵਾਈ ਇਸ ਗੱਲ ਦੀ ਹੈ ਕਿ ਕੰਮ ਤੁਰੰਤ ਕਰਨਾ ਪੈਂਦਾ, ਤੁਰੰਤ ਲੈਣਾ ਪੈਂਦਾ। ਆਪਾਂ ਪੰਜਾਬੀ ਆ, ਅਸੀਂ ਹੁਣੀ ਗੱਲ ਕਰਦੇ ਆ ਰਹੇ ਹਾਂ ਵੀ ਸਾਡੀ ਜਿਹੜੀ ਥਿੰਕਿੰਗ ਆ ਉਹ ਖੇਤੀਬਾੜੀ ਨਿਰਧਾਰਤ ਆ। ਅਸੀਂ ਟੈਕਨੀਕਲ ਨਹੀਂ ਹੋ ਸਕੇ, ਠੀਕ ਆ। ਖੇਤੀਬਾੜੀ ਨਿਰਧਾਰਤ ਕਿਵੇਂ ਆ? ਖੇਤੀਬਾੜੀ 'ਚ ਕੀ ਹੁੰਦਾ ਵੀ ਸਾਡੀ ਜਿਹੜੀ ਥਿੰਕਿੰਗ ਆ, ਜਿਹੜਾ ਕਿ ਖੇਤੀਬਾੜੀ ਵਾਲਾ ਬੰਦਾ ਉਹ 24 ਘੰਟੇ ਬਾਅਦ ਦੀ ਗੱਲ ਸੋਚਦਾ। ਜਿਹੜਾ ਟੈਕਨੀਕਲ ਬੰਦਾ ਉਹ ਸਕਿੰਟਾਂ ਦੀ ਗੱਲ ਸੋਚਦਾ। ਇੰਨਾ ਫਰਕ ਹੈ ਸਮੇਂ ਦਾ। ਇੱਕ ਐਗਜ਼ਾਮਪਲ ਹੈ ਸਿੰਪਲ ਜੀ, ਵਿੱਚ ਖੇਤੀਬਾੜੀ 'ਚ ਅਸੀਂ ਪਾਣੀ ਦੇਣਾ, ਸਿੰਚਾਈ ਕਰਨੀ ਹੈ ਜਾਂ ਮੱਕੀ ਅੱਜ ਕੱਲ੍ਹ ਤਾਂ ਉਹ ਵੀ ਹੈਗਾ ਕੋਈ ਗੁਡਾਈ ਕਰਨੀ ਕਿਤੇ, ਠੀਕ ਹੈ। ਜੇ ਇੱਕ ਦਿਨ ਨਹੀਂ ਵੀ ਹੋਈ ਅਸੀਂ ਕਹਿੰਦੇ ਨਾ ਕੱਲ੍ਹ ਨੂੰ ਕਰ ਲਾਂਗੇ, ਠੀਕ ਹੈ। ਪਰੰਤੂ ਜੇ ਮਜਾਇਲ ਉਡਾਉਣੀ ਹੋਵੇ ਨਾ, ਜੇ 1 ਸਕਿੰਟ ਦਾ 1000ਵਾਂ ਹਿੱਸਾ ਵੀ ਲੇਟ ਹੋ ਗਈ ਇਹੋ ਜਿਹੀ ਮਜਾਇਲ ਨਹੀਂ। ਖੇਤੀਬਾੜੀ ਦਾ ਪਾਣੀ ਦਾ ਜ਼ਰੂਰ ਸਰ ਸਕਦਾ, ਇੱਕ ਦਿਨ ਬਾਅਦ ਦੇ ਦਾਂਗੇ, ਕੋਈ ਗੱਲ ਨਹੀਂ। ਇੱਕ ਦਿਨ ਦਾ 24 ਘੰਟਿਆਂ ਦਾ। ਪਰ ਮਜ਼ਾਈਲ ਜਦੋਂ ਉਡਾਉਣੀ ਆ ਅਸੀਂ, ਜਦੋਂ ਅਸੀਂ ਤਕਨੀਕ ਦੀ ਗੱਲ ਕਰਨੀ ਆ, ਇੱਥੇ ਜਦੋਂ ਅਸੀਂ ਲਾਈਟ ਤੇ ਖੜੇ ਹੁੰਦੇ ਤੁਹਾਨੂੰ ਸਕਿੰਟ ਉਦੋਂ ਤੁਸੀਂ ਸਕਿੰਟਾਂ ਦੀ ਸੂਈ ਦੇਖਿਆ ਕਰੋ। ਸਾਨੂੰ 15 ਸਕਿੰਟ ਕੱਢਣੇ ਇੰਨੇ ਔਖੇ ਲੱਗਦੇ ਨੇ, ਐਂ ਲੱਗਦਾ ਵੀ ਪਤਾ ਨਹੀਂ ਕਦੋਂ ਦੇ ਅਸੀਂ ਲਾਈਟ ਤੇ ਖੜੇ ਆ। ਸਮੇਂ ਦੀ ਕੀਮਤ, ਜੇ ਕੋਈ ਕਹਿੰਦਾ ਮੈਨੂੰ ਸਮੇਂ ਦੀ ਮੈਨੂੰ ਨਹੀਂ ਫਰਕ ਲੱਗਦਾ, ਪਤਾ ਲੱਗਦਾ, ਤਾਂ ਲਾਈਟਾਂ 'ਤੇ ਜਾ ਕੇ ਖੜ ਕੇ ਦੇਖ। ਹੁਣ 15 ਸਕਿੰਟ ਵੇਟ ਕਰਨੀ ਔਖੀ ਹੋ ਜਾਂਦੀ ਹੈ। ਪਰ ਸਾਡੀ ਜਿਹੜੀ ਖੇਤੀਬਾੜੀ ਸੋਚਣੀ ਅਸੀਂ 24 ਘੰਟੇ ਸੋਚਦੇ ਹਾਂ, ਵੇਟ ਕਰਦੇ 24 ਘੰਟੇ। ਸੋ ਟੈਕਨੋਲੋਜੀ ਨਾਲ ਤੁਹਾਨੂੰ ਜੁੜਨਾ ਪਊਗਾ। ਬੜਾ ਕੁਛ ਇਹਦੇ ਉੱਤੇ ਹੈਗਾ। ਤੁਹਾਨੂੰ ਇਹਦੀ ਮੇਰੀ ਸ਼ਾਇਦ ਡਿਪਾਰਟਮੈਂਟ ਵੱਲੋਂ ਵੀ ਟ੍ਰੇਨਿੰਗ ਦਿੱਤੀ ਜਾਊਗੀ। ਅਸੀਂ ਜ਼ਿਲ੍ਹੇ ਦੀ ਵੀ ਟ੍ਰੇਨਿੰਗ ਬਾਰੇ ਸੋਚ ਰਹੇ ਹਾਂ ਵੀ ਜਿਹੜੀ ਤੁਹਾਨੂੰ ਜੋ ਈ ਪੰਜਾਬ ਆ, ਈ ਪੋਰਟਲ ਕਹਿੰਦੇ ਨੇ, ਤੁਹਾਡੇ ਸਾਥੀ ਨੇ ਜਿਹੜੇ ਤੁਹਾਨੂੰ ਜਿੱਥੇ ਉਹ ਪੁਰਾਣੇ ਬੰਦੇ ਬੈਠੇ ਨੇ, ਹੋ ਸਕਦਾ ਉਹਨਾਂ ਨੇ ਦੱਸਿਆ ਹੋਵੇ। ਜੇ ਨਹੀਂ ਦੱਸਿਆ, ਸਾਡੇ 2 ਹੈਗੇ ਨੇ DMP, ਇਹ ਤੁਹਾਨੂੰ ਦੱਸਣਗੇ ਵਾਰੀ ਜਾਂ ਤੁਹਾਨੂੰ ਆਪਣਾ ਪਤਾ ਲੱਗ ਜੂਗਾ। ਸਿੱਖਣ ਦੀ ਕੋਸ਼ਿਸ਼ ਕਰਨੀ। ਈ ਪੰਜਾਬ ਦੇ ਉੱਤੇ ਤੁਹਾਡਾ ਆਪਦਾ ਡਾਟਾ ਪੂਰਾ ਹੋਣਾ ਚਾਹੀਦਾ। ਹਰੇਕ ਤੁਹਾਡਾ ਆਪਣਾ ਡਾਟਾ, ਤੁਹਾਡੇ ਸਕੂਲ ਦਾ ਡਾਟਾ, ਤੁਹਾਡੇ ਬੱਚਿਆਂ ਦਾ ਡਾਟਾ, ਜੋ ਕੁਝ ਵੀ ਬੱਚਿਆਂ ਦੇ ਨਾਲ ਸੰਬੰਧਿਤ ਆ, ਕਿਤਾਬਾਂ ਨੇ, ਉਹਦੇ ਪੇਪਰ ਨੇ, ਉਹਦੀ ਮਿਡ ਡੇ ਮੀਲ ਦੀ ਉਹਦੀ ਹੈਗੀ ਆ, ਦੇ ਰਹੇ ਹਾਂ ਅਸੀਂ। ਇਹ ਸਾਰਾ ਕੁਝ
ਆਨਲਾਈਨ ਹੀ ਹੋਣਾ, ਤੁਹਾਡੇ ਆਪਦੀ ਆਈਡੀ ਦੇ ਵਿੱਚ ਰਿਕਾਰਡ ਹੋਣਾ। ਜਦੋਂ ਮਰਜ਼ੀ ਕੱਢ ਕੇ ਦੇਖ ਲਓ, ਜਿੱਥੇ ਮਰਜ਼ੀ ਕੱਢ ਕੇ। ਇਹਨਾਂ ਏਰੀਏ ਦੇ ਵਿੱਚ ਕੀ ਆ, ਜਿੱਥੇ ਤੁਹਾਡੇ ਕਈ ਇੱਧਰ ਆਪਣੇ ਹਰਿਆਣੇ ਦੇ ਨਾਲ ਨਾਲ ਹਰਿਆਣਾ ਹੋਣ ਕਰਕੇ ਇੱਥੇ ਕਈ ਵਾਰੀ ਜਿਹੜੇ ਏਰੀਅਲ ਨੇ, ਜਿਹੜੇ ਆਪਾਂ ਇਹਨੂੰ ਕਹਿੰਦੇ ਆ ਇੰਟੀਮ ਨੇ ਜਾਂ ਜਿਹੜਾ ਆਏ ਹੋਏ ਨੇ, ਇਹ ਕਲੈਸ਼ ਕਰਦੇ ਨੇ। ਪੰਜਾਬ ਵਾਲੇ ਵਿੱਚ ਕਈ ਵਾਰ ਪੰਗਾ ਲੈ ਲੈਂਦਾ ਤੇ ਕਈ ਵਾਰ ਹਰਿਆਣਾ ਵਾਲੇ ਵਿੱਚ ਆ ਜਾਂਦਾ। ਇਸ ਕਰਕੇ ਨੈੱਟ ਦੀ ਕਈ ਵਾਰ ਪ੍ਰੋਬਲਮ ਆਉਂਦੀ ਹੈ। ਤੁਹਾਨੂੰ ਜਦੋਂ ਅਸੀਂ ਕੋਈ ਕੰਮ ਕਰਾਂਗੇ ਇਹਦੀ ਸਮੱਸਿਆ ਵੀ ਆਊਗੀ ਵੀ ਮੇਰਾ ਨੈੱਟ ਨਹੀਂ ਚੱਲਦਾ ਜਾਂ ਨੈੱਟ ਇੱਥੇ ਨਹੀਂ ਆਇਆ, ਤਾਂ ਫਿਰ ਉਹਨੂੰ ਜਿੱਥੇ ਤੁਸੀਂ ਤੁਹਾਡੇ ਰਿਹਾਇਸ਼ ਆ, ਕਈ ਕੰਮ ਇਸ ਤਰ੍ਹਾਂ ਦੇ ਜਿਹੜੇ ਆਪਾਂ ਸ਼ਾਮ ਨੂੰ ਵੀ ਕਰ ਸਕਦੇ ਹਾਂ ਘਰੇ ਆ ਕੇ ਬੈਠ ਕੇ। ਪਰ ਇਹ ਜ਼ਰੂਰੀ ਹੈ ਈ ਪੰਜਾਬ ਦੇ ਉੱਤੇ ਤੁਸੀਂ ਹਰੇਕ ਜਿਹੜੀ ਜਾਣਕਾਰੀ ਆ ਉਹ ਅਪਲੋਡ ਕਰਨੀ ਜਾਂ ਕੱਢਣੀ ਆ। ਕਿੰਨੇ ਕੁ ਬੱਚਿਆਂ ਨੇ ਦੇਖ ਟੀਚਰ ਨੂੰ ਬੱਚੇ ਨਹੀਂ ਤਾਂ ਜਦੋਂ ਤੁਹਾਨੂੰ ਆਰਡਰ ਦਿੰਦੇ ਉਦੋਂ ਅਸੀਂ ਬੱਚੇ ਗਏ ਜਾਂਦੇ ਸੀ। ਉਦੋਂ ਤੁਸੀਂ ਅਧਿਆਪਕ ਕਿੰਨੇ ਕੁ ਅਧਿਆਪਕਾਂ ਨੇ ਦੇਖ ਲਿਆ ਈ ਪੰਜਾਬ ਬਾਰੇ ਜਾਣਕਾਰੀ ਲੈ ਲਈ? ਕਿੰਨੇ ਕੁ ਲਈ ਸਾਹਿਬ ਈ ਪੰਜਾਬ ਤੋਂ ਤੁਸੀਂ ਆਪਣੇ ਕੱਢੇ ਹੀ ਨੇ ਪੱਪਾ ਨੂੰ, ਹੈ ਨਾ? ਨਹੀਂ ਤੇ ਕੋਲ ਈ ਪੰਜਾਬ ਤੇ ਹੈਗਾ ਕੰਪਿਊਟਰ ਤੇ। ਹਾਂਜੀ ਸਰ, ਈ ਪੰਜਾਬ ਜਿਹੜਾ ਹੈਗਾ, ਈ ਪੰਜਾਬ ਕਰਕੇ ਜਦੋਂ ਆਪਾਂ ਕਰਦੇ ਆ, ਜਦੋਂ ਮਾਰਾਂਗੇ ਲੈਪਟਾਪ ਜਿਹੜੇ ਈ ਪੋਰਟਲ ਚੱਲਦਾ ਉਹਦੇ ਤੇ ਪੂਰੀ ਜਾਣਕਾਰੀ ਆ। ਠੀਕ ਆ, ਤੁਹਾਡੀ ਸਟਾਫ ਆਈਡੀ ਹੁਣ ਤੁਹਾਡੀ ਬਣ ਜਾਣੀ ਹੈ। ਤੁਹਾਡਾ ਡਾਟਾ ਉੱਥੇ ਚੜ ਜਾਊਗਾ, ਇੱਕ ਤੁਹਾਨੂੰ ਆਈਡੀ ਮਿਲੂਗੀ, ਉਹਨੂੰ ਸਟਾਫ ਆਈਡੀ ਕਹਿਣਗੇ। 11 ਅੱਖਰਾਂ ਦੀ ਸ਼ਾਇਦ 9 ਦੀ 11 ਦੀ ਆ ਉਹ ਤੁਹਾਨੂੰ ਪਰਮਾਨੈਂਟ। ਤੁਸੀਂ ਰੋਟੀ ਖਾਣਾ ਮਤਲਬ ਹੋਰ ਸਾਰਾ ਕੁਝ ਭੁੱਲ ਸਕਦੇ ਹੋ ਤੁਸੀਂ, ਵੀ ਮੈਂ ਪਰਸੋਂ ਕੀ ਖਾਧਾ ਸੀ ਜਾਂ ਕੀ ਮੇਰੇ ਕੋਲ ਹੈਗਾ ਸੀਗਾ। ਜੇ ਤੁਹਾਡਾ ਵਿਆਹ ਹੋਇਆ ਨਾ, ਵਿਆਹ ਦੀ ਤਰੀਕ ਵੀ ਭਾਵੇਂ ਭੁੱਲ ਜਿਓ, ਪਰ ਜੇ ਤੁਸੀਂ ਆਪਣੀ ਸਟਾਫ ਆਈਡੀ ਭੁੱਲ ਗਏ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ, ਤੁਹਾਡੀ ਨੌਕਰੀ ਗਈ ਸਾਰੀ। ਸਟਾਫ ਆਈਡੀ ਤੇ ਤੁਹਾਡਾ ਪਾਸਵਰਡ, ਸਟਾਫ ਆਈਡੀ ਦੇ ਨਾਲ ਪਾਸਵਰਡ ਰੱਖਣਾ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹੇ, ਸੌਖਾ ਰਹੇ। ਠੀਕ ਆ, ਕਿ ਤਾਂ ਜੋ ਜਿਹੜੀ ਉੱਥੇ ਕੋਈ ਇਨਫੋਰਮੇਸ਼ਨ ਲੈਣੀ ਜਾਂ ਦੇਣੀ ਆ ਜਾਂ ਸ਼ੇਅਰ ਕਰ ਸਕੀਏ ਤੇ ਉਹ ਸਾਨੂੰ ਕੋਈ ਸਮੱਸਿਆ ਨਾ ਆਵੇ। ਤੁਹਾਨੂੰ BPO ਵੱਲੋਂ ਜਾਂ ਸਾਡੇ ਵੱਲੋਂ ਜਾਂ ਤੁਹਾਡੇ BMT ਵੱਲੋਂ ਕੋਈ ਕਿਸੇ ਲੇਟ ਨਾਈਟ ਫੋਨ ਵੀ ਜਾ ਸਕਦਾ ਵੀ ਆਹ ਸਾਨੂੰ ਲੋੜ ਆ, ਇਹਦੀ ਆਪਦੀ ਆਈਡੀ ਖੋਲ ਕੇ, ਸਟਾਫ ਆਈਡੀ ਖੋਲ ਕੇ, ਆਪਣੇ ਈ ਪੋਰਟਲ ਦੀ ਆਈਡੀ ਖੋਲ ਕੇ ਸਾਨੂੰ ਆਹ ਇਨਫੋਰਮੇਸ਼ਨ ਦਿਓ। ਸਾਰੀ ਇਨਫੋਰਮੇਸ਼ਨ ਉੱਥੇ ਹੈਗੀ ਆ। ਜਦੋਂ ਤੁਸੀਂ ਬੱਚੇ ਦਾਖਲ ਕਰਨੇ ਤਾਂ ਉਹਦੇ ਉੱਤੇ ਦਾਖਲ ਕਰਨੇ। ਜਦੋਂ ਉੱਥੇ ਦਾਖਲ ਹੋ ਗਏ ਉਹ ਸਾਨੂੰ ਵੀ ਪਤਾ ਲੱਗਦਾ ਵੀ ਸਾਡੇ ਕੋਲ ਵੀ ਫਲਾਣੇ ਸਕੂਲ ਦੇ ਵਿੱਚ ਕਿੰਨੇ ਬੱਚੇ ਨੇ। ਜੇ ਤੁਹਾਡੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਉੱਥੋਂ 10 ਮਿੰਟ ਦੇ 10 ਸਕਿੰਟਾਂ ਦੇ ਵਿੱਚ ਹੀ ਖੋਲ ਸਕਦੇ। ਸੋ ਇਹ ਬੜਾ ਜ਼ਰੂਰੀ ਹੈ। ਪੜ੍ਹਾਈ ਨੂੰ ਕਿੰਨਾ ਚਿਰ ਹੋਗਾ ਛੱਡੇ ਨੂੰ? ਬਹੁਤ ਸਾਰੇ ਨੇ ਬੱਚਿਆਂ ਦਾ ਅੱਜ ਪੇਪਰ ਵੀ ਹੈ ਸਰ। ਕੰਟੀਨਿਊ ਆ, ਚੰਗੀ ਗੱਲ, ਜੁੜੇ ਹੋਏ ਕਿਤਾਬਾਂ ਨਾਲ ਜੁੜੇ ਰਹਿਣਾ ਚਾਹੀਦਾ। ਇੱਕ ਮੈਂ ਹੁਣ ਤੁਹਾਨੂੰ ਇੱਕ ਲਾਈਨ ਬੋਲਣ ਲੱਗਿਆ, ਇਹਨੂੰ ਨੋਟ ਕਰ ਲਿਓ, ਸੁਣ ਲਿਓ ਨੋਟ। ਜੇ ਤੁਸੀਂ ਇਹ ਨੋਟ ਕਰ ਲਾਂਗੇ ਫਿਰ ਇਹ ਮਾੜਾ ਮੋਟਾ ਇਹਦੀ ਯਾਦ ਵਾਸਤੇ ਵੀ ਜਿਹੜੀ ਥੋੜਾ ਦਿਮਾਗ ਦੇ ਵਿੱਚ ਜਿਹੜੀ ਚਿੱਪ ਹੈ ਨਾ, ਇਹਦਾ ਵੀ ਥੋੜਾ ਜਿਹਾ ਇਹਨੂੰ ਵੀ ਹਾਈ ਕਰਕੇ ਰੱਖੋ, ਵਧਾ ਕੇ ਰੱਖੋ ਥੋੜੀ ਜਿਹੀ। ਠੀਕ ਹੈ, ਇਹਦੀ ਸਪੇਸ ਜ਼ਿਆਦਾ ਹੋਣੀ ਚਾਹੀਦੀ। ਕਿੰਨੇ GB ਦੀ ਸਪੇਸ ਹੈ ਫਾਈਂਡ ਦੀ ਪਤਾ ਹੈ? ਅਨਲਿਮਟਿਡ ਆ, ਬਸ ਰੱਖਿਓ। ਅਨਲਿਮਟਿਡ ਦੇ ਵਿੱਚ ਖੋ ਵੀ ਜਾਂਦੀ ਆ, ਅੱਗੇ ਫੋਲਡਰ ਬਣਾ ਕੇ ਰੱਖਣੇ ਪੈਂਦੇ ਨੇ। ਅਧਿਆਪਕ ਉਦੋਂ ਤੱਕ ਅਧਿਆਪਕ ਆ ਜਦੋਂ ਤੱਕ ਉਹ ਵਿਦਿਆਰਥੀ ਆ। ਠੀਕ ਆ, ਜਦੋਂ ਅਧਿਆਪਕ ਬਣ ਗਿਆ ਉਹ ਅਧਿਆਪਕ ਨਹੀਂ ਹੈਗਾ। ਕੀ ਮਤਲਬ ਹੈ? ਜਦੋਂ ਅਸੀਂ ਇਹ ਸਿੱਖ ਲਿਆ ਮੈਨੂੰ ਸਾਰਾ ਕੁਝ ਆਉਂਦਾ, ਉਸ ਵੇਲੇ ਤੁਸੀਂ ਅਧਿਆਪਕ ਨਹੀਂ ਹੈਗੇ। ਫਿਰ ਅਧਿਆਪਕ ਕਹਿਣ ਨੂੰ ਅਧਿਆਪਕ ਹੋਣਗੇ, ਅਸਲ 'ਚ ਨਹੀਂ ਹੈ। ਤੁਸੀਂ ਦੇਖੋ ਭਾਗਾਂ ਵਾਲਿਓ, ਸਰ ਤੇ ਮੈਡਮ ਸ਼ਬਦ ਜਿਹੜਾ ਅੰਗਰੇਜ਼ ਕਿਸੇ ਖਾਸ ਵਿਅਕਤੀ ਨੂੰ ਦਿੰਦੇ ਸੀਗੇ। ਜਿਹੜਾ ਸਰ ਦੀ ਉਪਲਬਧੀ ਹੈ ਨਾ SIR, ਉਹ ਕਿਸੇ ਹਰੇਕ ਨੂੰ ਨਹੀਂ ਸੀ ਮਿਲਦੀ। ਉਹ ਅੰਗਰੇਜ਼ਾਂ ਦੇ ਵਿੱਚ ਕੋਈ ਖਾਸ ਜਦੋਂ ਕਿਸੇ ਰੁਤਬੇ ਤੇ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀਗੇ। ਪਰ ਤੁਹਾਨੂੰ ਇਹ ਅਪਾਇੰਟਮੈਂਟ ਹੋਣ ਦੇ ਨਾਲ ਹੀ ਮਿਲ ਗਈ ਤੁਹਾਨੂੰ ਸਰ ਮੈਡਮ।
ਜਦੋਂ ਤੁਸੀਂ ਸਕੂਲ ਚੋਂ ਜਦੋਂ ਤੁਸੀਂ ਅਧਿਆਪਕ ਤੁਹਾਨੂੰ ਉਦੋਂ ਹੀ ਸਰ ਕਹਿਣਾ ਕਿਸੇ ਨੇ। ਤੁਸੀਂ ਦੇਖੋ ਕੁਆਲੀਫਿਕੇਸ਼ਨ ਲਈ ਹੋਈ ਆ। ਕੱਲ ਪਰਸੋਂ ਮੇਰੇ ਕੋਲ ਕੋਈ ਇੱਕ ਅਪਾਇੰਟਮੈਂਟ ਤੁਹਾਡੇ ਵਾਂਗੂ ਹੋਈ ਹੋਈ ਆ, ਉਹ ਆਇਆ ਪਟਵਾਰੀ ਲੱਗਿਆ ਹੋਇਆ ਉਹ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਵੀ ਮੈਨੂੰ ਟਾਈਮ ਦਿਓ। ਉਹਨੂੰ ਦੇ ਦਿੱਤਾ ਟਾਈਮ। ਉਹ ਉੱਥੇ ਪਟਵਾਰੀ ਆ, ਉੱਥੇ ਉਹਦਾ ਨਾਂ ਲੈਂਦੇ ਹੋਣਗੇ, ਸ਼ਾਇਦ ਪਟਵਾਰੀ ਕਹਿੰਦੇ ਹੋਣਗੇ, ਪਰ ਜਦੋਂ ਜਿੱਦਣੋਂ ਸਕੂਲ 'ਚ ਆ ਗਿਆ ਉਦੋਂ ਉਹਨੂੰ ਸਰ ਕਹਿਣ ਲੱਗ ਜਾਣਗੇ। ਸਰ ਕਹਿੰਦਾ ਕੌਣ? ਮੰਮੀ ਜਿਹੜੇ ਕਹਿੰਦੇ ਨੇ, ਚਾਚੇ ਤਾਏ, ਭੈਣ ਭਾਈ, ਯਾਰ ਦੋਸਤ, ਕੌਣ ਕਹਿੰਦਾ? ਬੱਚੇ ਤਾਂ ਬਥੇਰੇ ਨੇ, ਸਟੂਡੈਂਟ ਕਹਿੰਦੇ ਨੇ, ਵਿਦਿਆਰਥੀ ਕਹਿੰਦੇ। ਠੀਕ ਹੈ, ਇਸ ਕਰਕੇ ਮੈਂ ਇਹ ਤਾਂ ਹੀ ਕਹਿਣਾ ਵੀ ਅਧਿਆਪਕ ਉਦੋਂ ਤੱਕ ਅਧਿਆਪਕ ਆ ਜਦੋਂ ਤੱਕ ਉਹ ਵਿਦਿਆਰਥੀ ਆ, ਤੇ ਉਦੋਂ ਤੱਕ ਹੀ ਅਧਿਆਪਕ ਆ ਜਦ ਤੱਕ ਉਹਦੇ ਕੋਲ ਵਿਦਿਆਰਥੀ ਨੇ। ਜਿੱਦਣ ਉਹਦੇ ਕੋਲ ਵਿਦਿਆਰਥੀ ਨੇ ਫਿਰ ਉਹ ਅਧਿਆਪਕ ਨਹੀਂ ਹੈਗਾ। ਠੀਕ ਆ, ਆਉਣ ਵਾਲੇ ਸਮੇਂ ਦੇ ਵਿੱਚ ਬੜੀ ਦਿੱਕਤ ਆਊਗੀ ਵੀ ਅਸੀਂ ਤੁਹਾਡੇ ਕੋਲ ਦਾਖਲ ਨਹੀਂ ਹੋ ਰਹੇ। ਇਹ ਦਾਖਲੇ ਵੀ ਤੁਸੀਂ ਕਰਨੇ ਪਹਿਲਾਂ ਇਸ ਏਰੀਆ ਦੇ ਵਿੱਚ ਦਾਖਲੇ ਇਸ ਕਰਕੇ ਰੋਕੇ ਰਹੇ ਨੇ। ਸਾਨੂੰ ਲੋਕ ਕਹਿੰਦੇ ਰਹੇ ਨੇ ਬਈ ਸਾਡੇ ਇਸ ਸਕੂਲ ਦੇ ਵਿੱਚ ਤਾਂ ਟੀਚਰ ਤਾਂ ਹੈ ਨਹੀਂ, ਅਸੀਂ ਬੱਚੇ ਕਿਵੇਂ ਦਾਖਲ ਕਰਾਈਏ। ਹੁਣ ਜਿੱਥੇ ਤੁਸੀਂ ਹੈਗੇ ਹੋ ਉੱਥੇ ਤਾਂ ਜ਼ਰੂਰ ਪਿੰਡਾਂ ਦੇ ਵਿੱਚ ਗੇੜਾ ਲਾਉਣਾ, ਸਮਾਂ ਕੱਢ ਕੇ ਸਮਾਂ ਬਣਾਉਣਾ ਆਪਦਾ, ਪਿੰਡ ਦੇ ਵਿੱਚ ਗੇੜਾ ਲਾਉਣਾ ਬੱਚੇ ਦਾਖਲ ਕਰਨ ਵਾਸਤੇ। ਉਹਨੂੰ ਕਹੋ ਵੀ ਅਸੀਂ ਆ ਗਏ, 3 ਸਾਲ ਤੱਕ ਕਿਤੇ ਜਾਂਦੇ ਜਾਏਗਾ, ਬਾਅਦ 'ਚ ਦੇਖਾਂਗੇ ਬਈ ਅਸੀਂ ਬੱਚੇ ਸਾਡੇ ਕੋਲ ਦਾਖਲ ਕਰਾਓ। ਤੁਹਾਡੀ ਐਫੀਸ਼ੀਐਂਸੀ ਉੱਥੇ ਹੀ ਕਾਊਂਟ ਹੋਊਗੀ ਜਦੋਂ ਤੁਸੀਂ ਬੱਚੇ ਦਾਖਲ ਕਰਾਓਗੇ। ਪੜਾਉਣਾ ਕਿਹਨੂੰ ਤੁਸੀਂ? ਬੱਚਿਆਂ ਨੂੰ। ਜੇ ਬੱਚੇ ਨਹੀਂ ਹੈਗੇ ਫਿਰ ਕਿਹਨੂੰ ਪੜਾਓਗੇ? ਹੈ ਕਿਸੇ ਨੂੰ ਨਹੀਂ। ਜਦੋਂ ਕਿਸੇ ਨੂੰ ਪੜਾਓਗੇ ਨਹੀਂ ਫਿਰ ਤੁਹਾਨੂੰ ਸਰ ਕਹੂ ਕੋਈ? ਜੇ ਆਪਾਂ ਨੂੰ ਸਰਕ ਹੋਣਾ ਫਿਰ ਜ਼ਰੂਰੀ ਆ ਵੀ ਬੱਚੇ ਜਿਹੜੇ ਐਡਮਿਟ ਕਰਨੇ ਨੇ, ਸਕੂਲਾਂ 'ਚ ਦਾਖਲ ਕਰਨੇ ਨੇ। ਤੁਸੀਂ ਸਰਕਾਰੀ ਨੌਕਰੀ ਲਈ ਆ, ਸਰਕਾਰੀ ਸਕੂਲਾਂ ਦੀ ਨਿਖੇਧੀ ਨਹੀਂ ਕਰਨੀ, ਇਹਨਾਂ ਨੂੰ ਅਪਲਿਫਟ ਕਰਨਾ। ਇਹ ਨਹੀਂ ਕਹਿਣਾ ਮੇਰੇ ਸਕੂਲ 'ਚ ਆ ਨਹੀਂ ਹੈਗਾ, ਬਹੁਤ ਕੁਝ ਹੈ ਸਕੂਲਾਂ 'ਚ ਨਹੀਂ ਹੈਗਾ। ਜਿਹੜੇ ਤੁਹਾਡੇ ਅੱਗੇ ਰਿਲੇਸ਼ਨ ਨੇ ਕਿਸੇ ਦੇ ਨਾਲ, ਕੋਈ ਮਿੱਤਰ ਪਿਆਰਾ, ਕੋਈ ਯਾਰ ਦੋਸਤ ਆ, ਕੋਈ ਭਾਈ ਭੈਣ ਇੱਧਰ ਉੱਧਰ ਬੈਠਾ, ਜਿਹਦੇ ਕੋਲ 4 ਪੈਸੇ ਹੈਗੇ ਨੇ, ਉਹਨੂੰ ਕਹਿ ਕੇ ਸਕੂਲਾਂ ਦੇ ਵਿੱਚ ਆਪਦੇ ਵਾਸਤੇ, ਜੇ ਪੱਖਾ ਨਹੀਂ ਹੈਗਾ, ਜੇ ਤੁਸੀਂ ਬੈਠੋਗੇ ਥੱਲੇ ਲਵਾ ਲਓ, ਕੋਈ ਗੱਲ ਨਹੀਂ, ਤੁਸੀਂ ਲੜੀਆਂ ਸਰਕਾਰ ਵੱਲੋਂ ਆਉਂਦਾ, ਹੋਰ ਜਦੋਂ ਆਉਂਦਾ ਰਹੂਗਾ ਕੋਈ ਗੱਲ ਨਹੀਂ। ਸਮਾਜ ਸੇਵਾ ਨਾਲ ਜਿਹੜਾ ਅਧਿਆਪਕ ਸਮਾਜ ਸੇਵਾ ਕਰੂਗਾ ਉਹ ਹੀ ਅੱਗੇ ਕਾਮਯਾਬ ਹੋ ਸਕਦਾ। ਤੇ ਅਧਿਆਪਕਾਂ ਤੋਂ ਲੋਕਾਂ ਨੂੰ ਉਮੀਦਾਂ ਵੀ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਹੜੀਆਂ ਉਹ ਉਮੀਦਾਂ ਨੇ ਉਹ ਉਮੀਦਾਂ ਤੁਸੀਂ ਲੋਕਾਂ ਦੀਆਂ ਮਤਲਬ ਕਾਇਮ ਰੱਖਣੀਆਂ। ਜੇ 2 ਬੰਦੇ ਚੌਂਕ 'ਚ ਖੜੇ ਨੇ ਨਾ, ਅੱਡ ਕਿੱਤਿਆਂ ਵਾਲੇ, ਉਹਨਾਂ ਦੇ ਵਿੱਚ ਇੱਕ ਅਧਿਆਪਕ ਵੀ ਆ। ਜੇ ਕਿਸੇ ਮਾਸਟਰ ਨੇ ਸ਼ਰਾਬ ਪੀਤੀ ਹੋਵੇ, ਅਗਲਾ ਕਹਿੰਦਾ ਮਾਸਟਰ ਨੇ ਸ਼ਰਾਬ ਪੀਤੀ ਹੋਈ ਹੈ, ਕਦੇ ਸਿਪਾਹੀ ਦਾ ਨਾਂ ਨਹੀਂ ਲੈਂਦਾ, ਕਦੇ ਜੇਈ ਦਾ ਨਾਂ ਨਹੀਂ ਲੈਂਦਾ, ਕਦੇ ਕਿਸੇ ਵਪਾਰੀ ਦਾ ਨਾਂ ਨਹੀਂ ਲੈਂਦਾ। ਮਾਸਟਰ ਨੇ ਸ਼ਰਾਬ ਪੀਤੀ ਹੋਈ ਹੈ, ਮਾਸਟਰ ਨੇ ਨਸ਼ਾ ਕੀਤਾ ਹੋਇਆ। ਹੋਰ ਮਹਿਕਮੇ ਵਾਲੇ ਜੋ ਮਰਜ਼ੀ ਕਰੀ ਜਾਣ, ਜਿੰਨੇ ਮਰਜ਼ੀ ਪੀ ਕੇ ਡਿੱਗ ਜਾਣ, ਫੇਰ ਵੀ ਨਹੀਂ ਕਹਿੰਦੇ ਉਹਨਾਂ ਨੂੰ। ਇਹਦਾ ਮਤਲਬ ਕੀ ਹੈ ਕਿ ਸਮਾਜ ਸਭ ਤੋਂ ਬੜਾ ਕੁਝ ਭਾਲਦਾ, ਤੇ ਜੋ ਕੁਝ ਭਾਲਦਾ ਉਹ ਅਸੀਂ ਸਮਾਜ ਨੂੰ ਦੇਣਾ। ਜੇ ਅਸੀਂ ਸਮਾਜ ਨੂੰ ਦੇਵਾਂਗੇ ਸਾਡੀ ਬੁੱਕਤ ਤਾਂ ਹੀ ਹੋਊਗੀ। ਜੇ ਤੁਹਾਡੀ ਬੁੱਕਤ ਹੋਊਗੀ, ਤੁਹਾਡਾ ਮਨ ਉੱਚਾ ਹੋਊਗਾ, ਮਨੋਬਲ ਉੱਚਾ ਹੋਊਗਾ। ਜਦੋਂ ਤੁਹਾਡਾ ਮਨੋਬਲ ਉੱਚਾ ਹੋਊਗਾ, ਤੁਹਾਡਾ ਪੜਾਉਣ ਨੂੰ ਜੀ ਕਰੂਗਾ। ਜਦੋਂ ਤੁਸੀਂ ਪੜਾਓਗੇ, ਬੱਚੇ ਪੜ੍ਹਨਗੇ ਤੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ। ਜਦੋਂ ਬੱਚੇ ਰਿਸਪੈਕਟ ਕਰਨਗੇ ਤੁਹਾਡੀ, ਦੁਬਾਰਾ ਫਿਰ ਤੁਹਾਡਾ ਮਨੋਬਲ ਉੱਚਾ। ਜਦੋਂ ਬੱਚੇ ਰਿਸਪੈਕਟ ਕਰਨਗੇ, ਉਹ ਮਾਂ-ਬਾਪ ਵੀ ਉਹਨਾਂ ਦੇ ਤੁਹਾਡੀ ਰਿਸਪੈਕਟ ਕਰਨਗੇ। ਸੋ ਉਹ ਇਸ ਰਿਸਪੈਕਟ ਲੈਣ ਵਾਸਤੇ ਇਹ ਜਿਹੜੇ ਸਾਰੇ ਗੱਲਾਂ ਨੇ, ਜਿਹੜੇ ਚੱਕਰ ਦੇ ਤੁਹਾਨੂੰ ਸੁਣਾਇਆ, ਇਹਨੂੰ ਯਾਦ ਰੱਖਣਾ ਵੀ ਤਾਂ ਜੋ ਆਪਾਂ ਆਪਦੇ ਸਕੂਲ ਦੇ ਨਾਲ ਜ਼ਿਲ੍ਹੇ ਨੂੰ ਉੱਪਰ ਲੈ ਕੇ ਜਾ ਸਕੀਏ। ਤੁਹਾਡੇ ਸਿਰ ਤੇ ਪੁਰਾਣੇ ਨੇ ਜਿੰਨਾ ਕਰਨਾ ਸੀ ਕਰ ਲਿਆ। ਉਹ ਤਾਂ ਜਿਹੜੇ ਪੁਰਾਣੇ ਅਧਿਆਪਕਾਂ ਨੇ ਜ਼ਿਲ੍ਹੇ ਨੂੰ ਜਿੰਨਾ ਕੁ ਚੱਕਣਾ ਸੀ ਉਹ ਤਾਂ ਚੱਕ ਲਿਆ ਉਹਨਾਂ ਨੇ। ਤਾਂ ਹੁਣ ਜਿੰਨਾ ਕੁ ਰਹਿ ਗਿਆ, ਉਦੋਂ ਸਾਡੇ ਕੋਲ ਇਹੀ ਗੱਲਾਂ ਆਉਂਦੀਆਂ ਰਹੀਆਂ ਵੀ ਟੀਚਰ ਨਾ ਹੋਣ ਕਰਕੇ ਇਹ ਜਿਹੜੇ
ਜਿਹੜਾ ਪਿੱਛੇ ਰਹਿ ਗਿਆ ਉਹ ਕਿ ਜਿੰਨੀ ਚੀਜ਼ ਚੱਕ ਲਓਗੇ ਉਹਨੇ ਤੁਹਾਡੀ ਬੱਲੇ ਬੱਲੇ ਆ। ਠੀਕ ਆ, ਦਫ਼ਤਰ ਦੇ ਕੰਮਾਂ 'ਚ ਮੈਂ ਤੁਹਾਨੂੰ ਜਿਵੇਂ ਮੈਡਮ ਨੇ ਪਹਿਲੇ ਤੁਹਾਨੂੰ ਦੱਸਤਾ, ਨਾ ਤਾਂ ਕੋਈ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਆਵੇ, ਨਾ ਵੱਡੇ ਦਫ਼ਤਰ 'ਚ ਮੇਰੇ ਕੋਲ ਪ੍ਰੋਬਲਮ। ਉਹ ਕਿੰਨੀ ਕੁ ਤੁਹਾਨੂੰ ਪ੍ਰੋਬਲਮ ਆਈ ਹੈ ਜਿਨ੍ਹਾਂ ਨੇ ਆਰਡਰ ਲਏ ਨੇ, ਜਿਨ੍ਹਾਂ ਨੇ ਦੂਜੇ ਦਿਨ ਲਏ ਨੇ, ਜਿਨ੍ਹਾਂ ਨੇ ਪਹਿਲੇ ਦਿਨ ਤਾਂ ਥੋੜਾ ਜਿਹਾ ਹੈਗਾ ਸੀ ਔਰ ਆਪਾਂ ਰਸ਼ ਜ਼ਿਆਦਾ ਸੀਗਾ ਪਹਿਲੇ ਦਿਨ, ਕਿਉਂਕਿ ਇੱਕ ਤਾਂ ਅਸੀਂ ਕੀਤਾ ਹੀ 1:30-2 ਵਜੇ ਸ਼ੁਰੂ ਹੋ ਕੰਮ। ਪਰ ਜਿਨ੍ਹਾਂ ਨੇ ਅਗਲੇ ਦਿਨ ਲਏ ਨੇ 100 ਅਸੀਂ ਟੋਕਨ ਵੰਡੇ ਸੀ, 100 ਤੋਂ ਬਾਅਦ ਜਿਹੜਾ ਨੰਬਰ ਸੀਗਾ ਉਹ ਦੇਖ ਸਕਦੇ ਨੇ ਕਿ ਤੁਹਾਨੂੰ ਉੱਥੇ ਕਿੰਨੇ ਕੁ ਮੁਸ਼ਕਲ ਆਈ। ਦਫ਼ਤਰ ਦੇ ਕੰਮਾਂ ਨੂੰ ਤੁਹਾਡੇ ਕੰਮ ਰੁਕਣਗੇ ਜਾਂ ਇਹ ਤੁਸੀਂ ਇਹਦਾ ਦਿਮਾਗ 'ਚ ਰੱਖਣਾ ਹੀ ਨਹੀਂ ਨਾ ਹੈਗਾ, ਕੋਈ ਨਹੀਂ ਰੁਕਦਾ। ਪਰ ਪੜ੍ਹਾਈ ਨਹੀਂ ਰੁਕਣੀ ਚਾਹੀਦੀ, ਬੱਚੇ ਨੂੰ ਦਾਖਲੇ ਨਹੀਂ ਰੁਕਣੇ ਚਾਹੀਦੇ। ਸੋਮਵਾਰ ਤੋਂ ਜਾਣਾ ਸਕੂਲਾਂ ਦੇ ਵਿੱਚ, ਦਾਖਲਿਆਂ ਦੇ ਪ੍ਰਤੀ ਜ਼ਰੂਰ ਇੱਕ ਵਾਰੀ ਪਿੰਡ ਦੇ ਵਿੱਚ, ਗੁਰਦੁਆਰੇ ਦੇ ਵਿੱਚ ਲੋਕਾਂ ਨਾਲ ਵਿਚਰੋਗੇ, ਪਰਸਨੈਲਿਟੀ ਡਿਵੈਲਪ ਹੁੰਦੀ ਹੈ। ਘਰਾਂ ਦੇ ਵਿੱਚ ਬਹਿ ਕੇ ਕੋਈ ਪਰਸਨੈਲਿਟੀ ਡਿਵੈਲਪ ਨਹੀਂ ਹੁੰਦੀ। ਪਰਸਨੈਲਿਟੀ ਡਿਵੈਲਪ ਕਿੱਥੇ ਹੁੰਦੀ ਆ? ਲੋਕਾਂ 'ਚ ਵਿਚਰਨ ਨਾਲ। ਲੋਕਾਂ ਨਾਲ ਵਿਚਰਨ ਤੁਹਾਨੂੰ ਪਤਾ ਲੱਗਦਾ ਵੀ ਇਹ ਵੱਡਾ, ਇਹਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ, ਇਹ ਛੋਟਾ ਹੈ, ਇਹਦੇ ਸਿਰ ਤੇ ਹੱਥ ਰੱਖਣਾ, ਇਹ ਮੇਰੀ ਮਾਂ ਦੇ ਬਰਾਬਰ ਹੈ, ਮੇਰੇ ਚਾਚੇ ਦੇ ਬਰਾਬਰ ਹੈ, ਇਹਨੂੰ ਕੀ ਕਹਿਣਾ। ਸਾਨੂੰ ਜੀ ਕਹਿਣਾ ਆਉਂਦਾ, ਜੀ ਕਹਿਣ ਦੀ ਆਦਤ ਪੈਂਦੀ ਹੈ। ਲੋਕਾਂ ਨਾਲ ਵਿਚਰਨ ਨਾਲ, ਦੋਸਤ ਮਿੱਤਰ ਨਾਲ ਕਿਵੇਂ ਬੋਲਣਾ, ਭੈਣ ਭਾਈ ਨਾਲ ਕਿਵੇਂ ਬੋਲਣਾ, ਜਿੰਨੇ ਵੀ ਰਿਸ਼ਤੇ ਨੇ ਸਾਰਿਆਂ ਨਾਲ ਅਸੀਂ ਅੱਡ ਢੰਗ ਦੇ ਨਾਲ ਵਿਚਰਦੇ ਹਾਂ। ਜੇ ਸਾਰਿਆਂ ਨਾਲ ਇੱਕੋ ਢੰਗ ਨਾਲ ਵਿਚਰਾਂਗੇ, ਅਗਲਾ ਕਹਿੰਦਾ ਤਾਂ ਕਮਲਾ। ਵਿਚਰ ਸਕਦਾ ਸਾਰਿਆਂ ਨਾਲ ਇੱਕ ਢੰਗ ਨਾਲ, ਠੀਕ ਹੈ। ਜਿਹੜਾ ਨਹੀਂ ਵਿਚਰੂਗਾ ਤਾਂ ਉਹ ਡਿਵੈਲਪ ਨਹੀਂ ਹੈਗਾ ਬੰਦਾ। ਆਪਣੀ ਡਿਵੈਲਪਮੈਂਟ ਵਾਸਤੇ ਤੁਹਾਨੂੰ ਲੋਕਾਂ ਨਾਲ ਵਿਚਰਨਾ ਪੈਣਾ, ਲੋਕਾਂ ਨਾਲ ਵਿਚਰਨ ਵਾਸਤੇ ਸਕੂਲਾਂ 'ਚੋਂ ਬਾਹਰ ਨਿਕਲਣਾ ਪੈਣਾ। ਸਕੂਲਾਂ 'ਚ ਬਾਹਰ ਨਿਕਲੋਗੇ ਤਾਂ ਲੋਕਾਂ ਦੇ ਦਰਾਂ 'ਚ ਜਾ ਕੇ ਤਾਂ ਉਹਨਾਂ ਦੇ ਕੁੰਡੇ ਜਿੰਦੇ ਖੜਕਾਓਗੇ ਤਾਂ ਜ਼ਰੂਰ ਤੁਹਾਨੂੰ ਜਿਹੜੀ ਅਸੀਂ ਇਹਨੂੰ ਤੁਸੀਂ ਚਾਹੇ ਦਾਖਲੇ ਨੂੰ ਭੀਖ ਮੰਗ ਲਓ। ਸਕੂਲ ਨਾਲ ਮੋਹ ਪਾਉਣ ਦੀ ਕੋਸ਼ਿਸ਼ ਕਰੋ। ਜਿੱਥੇ ਤੁਸੀਂ ਠੀਕ ਹੈ, ਤੁਸੀਂ ਮੈਨੂੰ ਪਤਾ ਵੀ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਆਏ ਨੇ, ਪਰ ਪਟਿਆਲਾ ਐਡਾ ਮਾੜਾ ਨਹੀਂ ਹੈਗਾ ਜਿੰਨਾ। ਠੀਕ ਹੈ ਵੀ ਘਰ ਤਾਂ ਵਧੀਆ ਲੱਗਦਾ ਹੁੰਦਾ, ਪਰ ਜਿੱਥੇ ਰਿਜ਼ਕ ਆ ਉੱਥੇ ਜਾਣਾ ਪੈਂਦਾ। ਕੁੰਜਾਂ ਆਪਦੇ ਬੱਚਿਆਂ ਨੂੰ ਛੱਡ ਕੇ ਕਿੰਨੀ ਮੀਲਾਂ ਦਾ ਸਫ਼ਰ ਤੈਅ ਕਰਕੇ ਆ ਜਾਂਦੇ ਆ ਸਿਰਫ ਰਿਜ਼ਕ ਦਾ। ਠੀਕ ਹੈ, ਸੋ ਤੁਹਾਨੂੰ ਰਿਜ਼ਕ ਵੀ ਸਰਕਾਰ ਨੇ ਦਿੱਤਾ, ਪਰਮਾਤਮਾ ਨੇ ਦਿੱਤਾ, ਤੇ ਉਸ ਰਿਜ਼ਕ ਦਾ ਤੁਹਾਨੂੰ ਮੈਂ ਵਾਸਤਾ ਦਿੰਦਾ ਕਿ ਤੁਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਵਧੀਆ ਜਿੰਨੇ ਵੀ ਤੁਹਾਡੇ ਕੋਲ ਇਨੋਵੇਸ਼ਨ ਤਰੀਕੇ ਹੋਣਗੇ, ਨਵੇਂ ਤੋਂ ਨਵੇਂ ਟੈਕਨੀਕਸ ਹੋਣਗੀਆਂ, ਉਹ ਤੁਸੀਂ ਤਕਨੀਕਾਂ ਦੇ ਨਾਲ ਬੱਚਿਆਂ ਨੂੰ ਪੜ੍ਹਾ ਕੇ ਆਪਦਾ ਹੀ ਮਨ ਖੁਸ਼ ਕਰੋ। ਇਸ ਨਾਲ ਬੱਚਿਆਂ ਦਾ ਜਿਹੜਾ ਮਨੋਬਲ ਆ ਉਹ ਉੱਚਾ ਕਰੋ। ਬੱਚਿਆਂ ਨੂੰ ਪਤਾ ਲੱਗੇ ਵੀ ਮੇਰਾ ਸਾਡੇ ਬੱਚੇ ਸਾਡੇ ਕੋਲ ਅਧਿਆਪਕ ਨੇ। ਠੀਕ ਹੈ, ਮੈਂ ਇੰਨੇ ਸ਼ਬਦਾਂ ਨਾਲ ਮੈਂ ਆਪਦਾ ਹਾਂ ਲੈਣਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਥੋੜ੍ਹੇ ਜਿਹੇ ਟ੍ਰੇਨਿੰਗ ਵੀ ਕਰਨਗੇ। ਇੱਕ ਦੋ ਦਿਨਾਂ ਤੱਕ ਅਸੀਂ ਪਲੈਨਿੰਗ ਕਰ ਰਹੇ ਹਾਂ, ਅਤੇ ਜਿੰਨੀਆਂ ਕਿ ਮੈਂ ਗੱਲਾਂ ਤੁਹਾਨੂੰ ਥੋੜ੍ਹਾ ਰੂਬਰੂ ਹੋਣਾ ਸੀਗਾ, ਮੈਂ ਤੁਹਾਨੂੰ ਆਪਣੇ ਆਪ ਰੂਬਰੂ ਕਰਾਉਣਾ ਸੀ। ਕੱਲ੍ਹ ਨੂੰ ਮੈਂ ਆ ਕੇ ਖੜ੍ਹ ਜਾਵਾਂ, ਤੁਸੀਂ ਮੈਨੂੰ ਕੌਣ ਆ ਕੇ ਪਤਾ ਨਹੀਂ ਕਿਹੜਾ ਇਹ ਪਛਾਣਾ ਤਾਂ ਪੁੱਛੋ ਨਾ। ਇਸ ਕਰਕੇ ਮੈਂ ਤੁਹਾਨੂੰ ਗੱਲਾਂ ਕਰਦਾ। ਠੀਕ ਹੈ, ਬਹੁਤ ਧੰਨਵਾਦ। ਕੀ ਪੰਜਾਬ ਦੀ ਇਹ ਸਾਡੀ ਸਾਈਟ ਹੈਗੀ ਹੈ,